सत श्री अकाल, गुड इवनिंग। मैं वरिंदर कुमार शर्मा, डिप्टी कमिश्नर लुधियाना। अज 1 जुलाई ਨੂੰ जो सरकार ਵੱਲੋਂ ਹਦਾਇਤਾਂ ਆਈਆਂ ਨੇ ਪਰ ਉਸ ਦੇ ਤਾਬੇ ਜੋ ਅਸੀਂ ਆਰਡਰ ਕੀਤੇ ਨੇ ਅਨਲੌਕਡਾਊਨ 2.0 ਦੇ ਜਿਹੜੇ ਕਿ 1 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਲਾਗੂ ਰਹਿਣਗੇ, ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਹੁਣ ਜਿਹੜਾ ਰਾਤ ਦੇ ਕਰਫਿਊ ਦਾ ਸਮਾਂ ਹੈਗਾ ਉਹ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਰਹੇਗਾ। ਇਸ ਤੋਂ ਭਾਵ ਇਹ ਹੈ ਕਿ ਸਵੇਰ ਦੇ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜਿਹੜੇ ਲੋਕ ਸਾਰੇ ਕੰਮਾਂ ਕਾਰਾਂ ਲਈ ਬਾਹਰ ਘੁੰਮ ਫਿਰ ਸਕਦੇ ਨੇ। ਰਾਤ ਦੇ ਸਮੇਂ ਕੇਵਲ ਗੁੱਡਸ ਕੈਰੀਅਰ ਔਰ ਐਸੈਂਸ਼ੀਅਲ ਸਰਵਿਸਿਜ਼ ਵਾਲੇ ਲੋਕ ਰਾਤ ਦੇ 10 ਵਜੇ ਤੋਂ 5 ਵਜੇ ਤੱਕ ਉਹ ਵੀ ਇੱਧਰ ਉੱਧਰ ਆ ਜਾ ਸਕਦੇ ਨੇ। ਇਸ ਤੋਂ ਇਲਾਵਾ ਕੰਟੇਨਮੈਂਟ ਜ਼ੋਨ ਔਰ ਮਾਈਕਰੋ ਕੰਟੇਨਮੈਂਟ ਜ਼ੋਨ ਅਸੀਂ ਉਹ ਜ਼ੋਨ ਬਣਾਏ ਹੈ ਤਾਂ ਕਿ ਇੱਕ ਗਲੀ ਜਾਂ ਮੁਹੱਲੇ ਨੂੰ ਹੀ ਕੇਵਲ ਬੰਦ ਕਰੀਏ, ਬਹੁਤੇ ਲੋਕਾਂ ਨੂੰ ਦਿੱਕਤ ਨਾ ਆਵੇ। ਉਸ ਨੂੰ ਛੱਡ ਕੇ ਬਾਕੀ ਏਰੀਏ ਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਅਲਾਊਡ ਹੋਣਗੀਆਂ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਫਿਲਹਾਲ ਸਿਨੇਮਾ ਹਾਲ, ਜਿਮ, ਸਵਿਮਿੰਗ ਪੂਲ, ਐਂਟਰਟੇਨਮੈਂਟ ਪਾਰਕ, ਥੀਏਟਰ, ਬਾਰ, ਆਡੀਟੋਰੀਅਮ ਅਤੇ ਅਸੈਂਬਲੀ ਹਾਲ ਇਹਨਾਂ ਨੂੰ ਫਿਲਹਾਲ ਬੰਦ ਰੱਖਣ ਦਾ ਹੀ ਫੈਸਲਾ ਲਿੱਤਾ ਗਿਆ ਹੈ। ਮਾਲਸ ਖੁੱਲ੍ਹ ਸਕਦੇ ਨੇ ਪਰ ਮਾਲਸ ਦੇ ਅੰਦਰ ਸਿਨੇਮਾ ਹਾਲ ਜਿਹੜੇ ਹੈਗੇ ਆ ਉਹ ਨਹੀਂ ਅਜੇ ਖੁੱਲ੍ਹਣਗੇ। ਇਸ ਤੋਂ ਇਲਾਵਾ ਸੋਸ਼ਲ, ਪੋਲੀਟੀਕਲ, ਸਪੋਰਟਸ, ਐਂਟਰਟੇਨਮੈਂਟ ਜਾਂ ਕਲਚਰਲ ਜਾਂ ਰਿਲੀਜੀਅਸ ਜਾਂ ਵੱਡੇ ਖੇਡ ਮੇਲੇ ਵਗੈਰਾ ਇਹਨਾਂ 'ਤੇ ਵੀ ਅਜੇ ਮਨਾਹੀ ਹੈ। ਸਕੂਲ, ਕਾਲਜ ਅਤੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਅਤੇ ਕੋਚਿੰਗ ਇੰਸਟੀਟਿਊਟ ਇਹ ਵੀ ਅਜੇ ਬੰਦ ਰਹਿਣਗੇ। ਇਸ ਤੋਂ ਇਲਾਵਾ ਜਿਹੜੀਆਂ ਬਾਰਜ਼ ਨੇ, ਕਿਸੇ ਹੋਟਲ ਦੇ ਅੰਦਰ ਜਾਂ ਕਲੱਬ ਦੇ ਅੰਦਰ ਜਿਹੜੀ ਬਾਰ ਹੁੰਦੀ ਹੈ ਕੇਵਲ ਉਹਦੀ ਮਨਾਹੀ ਹੈ। ਹੋਟਲ ਅਤੇ ਕਲੱਬ ਜਿਹੜੇ ਹੈਗੇ ਹੈ ਜਿਹੜਾ ਸਰਕਾਰ ਦਾ ਨਿਰਧਾਰਿਤ ਸਮਾਂ ਮੈਂ ਅੱਗੇ ਤੁਹਾਨੂੰ ਦੱਸੂਗਾ ਉਸ ਸਮੇਂ ਦੌਰਾਨ ਖੁੱਲ੍ਹ ਸਕਦੇ ਨੇ। ਇਵੇਂ ਜ਼ਿਕਰ ਹੀ ਜਿੰਨੇ ਵੀ ਕੋਈ ਧਾਰਮਿਕ ਸਥਾਨ ਨੇ ਜਾਂ ਕੋਈ ਡੇਰੇ ਹੈਗੇ ਨੇ ਉਹ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਖੁੱਲ੍ਹ ਸਕਦੇ ਨੇ। ਪਰ ਇੱਕ ਸਮੇਂ 'ਤੇ ਜਿਹੜੇ ਭਗਤ ਜਨ ਨੇ ਉਹਨਾਂ ਦੀ ਸੰਖਿਆ ਜਾਂ ਸੰਗਤ ਦੀ ਸੰਖਿਆ 20 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਜਿਹੜੀ ਉਸ ਡੇਰੇ, ਧਾਰਮਿਕ ਸੰਸਥਾ ਦੀ ਜੋ ਵੀ ਕੋਈ ਮੈਨੇਜਮੈਂਟ ਕਮੇਟੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਕਿ SOP ਦੀ ਪਾਲਣਾ ਕਰਨ ਔਰ 20 ਤੋਂ ਜ਼ਿਆਦਾ ਬੰਦੇ ਉੱਥੇ ਇਕੱਠੇ ਨਾ ਹੋਣ ਦੇਣ। ਇਸ ਤੋਂ ਇਲਾਵਾ ਜਿਹੜੇ ਹੋਟਲ ਹਨ ਉਹਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਸਰਕਾਰ ਦਾ ਜਿਹੜਾ SOP ਜਾਰੀ ਕੀਤਾ ਗਿਆ ਉਹਨੂੰ ਪਾਲਣਾ ਕਰਨਾ ਹੋਏਗਾ। ਜਿਹੜੇ ਸ਼ਾਪਿੰਗ ਮਾਲ ਨੇ ਉਹ ਸ਼ਾਮ ਦੇ 8 ਵਜੇ ਤੱਕ ਉਹਨਾਂ ਨੂੰ ਖੁੱਲ੍ਹਣ ਦੀ ਮਨਾਹੀ ਹੈ, ਉਹਨਾਂ ਨੂੰ ਖੁੱਲ੍ਹਣ ਦੀ ਆਗਿਆ ਹੈਗੀ ਹੈ। ਔਰ ਮਾਲ ਦੇ ਵਿੱਚ ਕੇਵਲ 50% ਹੀ ਜਿਹੜੀ ਹੈਗੀ ਹੈ ਐਟ ਏ ਟਾਈਮ ਜਿਹੜੀ ਹੈਗੀ ਹੈ ਭੀੜ ਹੋਣ ਦੇਣੀ ਹੈ। ਇਸੇ ਜ਼ਿਕਰ ਹੀ ਜਿਹੜੀਆਂ ਦੁਕਾਨਾਂ ਹੈਗੀਆਂ ਉਹ ਵੀ ਰਾਤ ਦੇ 8 ਵਜੇ ਤੱਕ ਖੁੱਲ੍ਹ ਸਕਦੀਆਂ ਨੇ। ਇਸ ਤੋਂ ਇਲਾਵਾ ਜਿਹੜੇ ਰੈਸਟੋਰੈਂਟ ਨੇ ਉਹਨਾਂ ਨੂੰ ਰਾਤ ਦੇ 9 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੈਗੀ ਹੈ। ਬਟ ਐਟ ਏ ਟਾਈਮ ਜਿਹੜੀ ਹੈਗੀ ਹੈ 50% ਹੀ ਸੀਟਾਂ ਭਰੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਰੈਸਟੋਰੈਂਟ ਦੇ ਅੰਦਰ ਭੀੜ ਨਾ ਹੋਵੇ। ਜਿਹੜੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨੇ, ਜਿਹੜੀਆਂ ਗਰਭਵਤੀ ਔਰਤਾਂ ਨੇ ਜਾਂ 10 ਸਾਲ ਤੋਂ ਛੋਟੇ ਬੱਚੇ ਨੇ ਜਾਂ ਅਜਿਹੇ ਵਿਅਕਤੀ ਜਿਹੜੇ ਕਿ ਕਰੋਨਿਕਲੀ ਜਿਨ੍ਹਾਂ ਦੀ ਹੈਲਥ 'ਚ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਬਾਹਰ ਨਾ ਆਉਣ ਦੀ ਸਲਾਹ ਦਿੱਤੀ ਜਾਂਦੀ ਹੈ। ਜਿਹੜੇ ਵਿਆਹ ਨੇ ਉਹਨਾਂ ਦੇ ਵਿੱਚ ਲਾੜਾ ਅਤੇ ਲਾੜੀ ਦੋਵੇਂ ਪੱਖ ਦੇ ਜਿਹੜੇ ਹੈਗੇ ਆ 50 ਜਿਹੜੇ ਹੈਗੇ ਮਹਿਮਾਨ ਉਹਨਾਂ ਦੇ ਨਾਲ 50 ਪ੍ਰਾਹੁਣਿਆਂ ਦੇ ਨਾਲ ਜਿਹੜੀ ਵਿਆਹ ਕਰਨ ਦੀ ਆਗਿਆ ਹੈਗੀ ਹੈ। ਔਰ ਇਹਦੇ ਲਈ ਕੋਈ ਵੱਖਰੇ ਕਿਸਮ ਦੀ ਕੋਈ ਕਿਸੇ ਨੂੰ ਦਫ਼ਤਰਾਂ 'ਚ ਧੱਕੇ ਖਾਣ ਦੀ ਆਗਿਆ ਲੈਣ ਦੀ ਲੋੜ ਨਹੀਂ ਹੈਗੀ। ਮੈਂ ਇਹ ਗੱਲ ਰਿਪੀਟ ਕਰ ਰਿਹਾ, ਬਹੁਤ ਸਾਰੇ ਲੋਕ ਵਿਆਹ ਦੇ ਫੰਕਸ਼ਨਾਂ ਲਈ ਸਾਡੇ ਕੋਲ ਆ ਰਹੇ ਨੇ। 50 ਤੱਕ ਤੁਸੀਂ ਆਪਦੀ ਸੰਖਿਆ ਰੱਖਣੀ ਹੈਗੀ ਹੈ ਔਰ ਇਹ ਤੁਸੀਂ ਆਪਦੇ ਪੱਧਰ 'ਤੇ ਕਰ ਸਕਦੇ ਹੋ ਬਿਨਾਂ ਕਿਸੇ ਆਗਿਆ ਦੇ। ਐਵੇਂ ਜ਼ਿਕਰ ਹੀ ਕੋਈ ਵੀ ਸੰਸਕਾਰ ਹੈ ਜਾਂ ਕੋਈ ਫੁੱਲ ਚੁਗਣ ਦੀ ਕੋਈ ਰਸਮ ਹੈਗੀ ਹੈ ਜਾਂ ਕੋਈ ਭੋਗ ਦੀ ਰਸਮ ਹੈਗੀ ਹੈ, ਇਹ ਵੀ ਬਿਨਾਂ ਕਿਸੇ ਆਗਿਆ ਦੇ ਜਿਹੜੀ ਹੈਗੀ ਹੈ ਕੀਤੀ ਜਾ ਸਕਦੀ ਹੈ। ਪਰ ਜਿਹੜੀ ਅੰਤਮ ਰਸਮਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਕੇਵਲ 20 ਬੰਦੇ ਹੀ ਜਾ ਸਕਣਗੇ। ਇਸ ਤੋਂ ਇਲਾਵਾ ਲੋਕ ਜਿਹੜੇ ਹੈਗੇ ਆ ਜਾ ਕੇ ਖੇਡਾਂ ਖੇਡ ਸਕਦੇ ਨੇ ਪਰ ਉੱਥੇ ਕੋਈ ਮੁਕਾਬਲੇ ਜਾਂ ਇਸ ਤਰ੍ਹਾਂ ਦੇ ਇਕੱਠ ਕਰਨ ਦੀ ਜਾਂ ਖੇਡ ਮੇਲਾ ਕਰਨ ਦੀ ਜਾਂ ਕੋਈ ਸਪੈਕਟੇਟਰਸ ਜਿਹੜੇ ਦਰਸ਼ਕ ਹੁੰਦੇ ਉਹਨਾਂ ਨੂੰ ਇਕੱਠੇ ਕਰਨ 'ਤੇ ਮਨਾਹੀ ਹੈ। ਔਰ ਜਿਹੜੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਜਿੱਥੇ ਖੇਡਾਂ ਹੁੰਦੀਆਂ ਉਹ ਰਾਤ ਦੇ 8 ਵਜੇ ਤੱਕ ਖੁੱਲ੍ਹੀਆਂ ਰਹਿ ਸਕਦੀਆਂ ਨੇ। ਇਵੇਂ ਜ਼ਿਕਰ ਹੀ ਜਿਹੜੀਆਂ ਦੁਕਾਨਾਂ ਨੇ ਉਹ ਸਵੇਰ ਦੇ 7 ਵਜੇ ਤੋਂ ਰਾਤ ਦੇ 8 ਵਜੇ ਤੱਕ ਖੁੱਲ੍ਹੀਆਂ ਰਹਿ ਸਕਦੀਆਂ ਨੇ। ਜਿਹੜੀਆਂ ਦੁਕਾਨਾਂ ਨੇ ਸੋਮਵਾਰ ਤੋਂ ਸ਼ਨੀਵਾਰ ਤੱਕ ਇਹਨਾਂ 'ਤੇ ਕੋਈ ਮਨਾਹੀ ਨਹੀਂ ਹੈਗੀ। ਕੇਵਲ ਐਤਵਾਰ ਨੂੰ ਜਿਹੜੀਆਂ ਦੁਕਾਨਾਂ ਬੰਦ ਰਹਿਣਗੀਆਂ
ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਨ੍ਹਾਂ ਨੂੰ ਕਿ ਫੂਡ ਅਤੇ ਸਪਲਾਈ ਡਿਪਾਰਟਮੈਂਟ ਵੱਲੋਂ ਜ਼ਰੂਰੀ ਵਸਤਾਂ ਘੋਸ਼ਿਤ ਕੀਤਾ ਗਿਆ, ਕੇਵਲ ਉਹੀ ਸੰਡੇ ਨੂੰ ਖੁੱਲ੍ਹ ਸਕਦੀਆਂ ਨੇ। ਇੱਕ ਆਮ ਸਮਝ ਵਾਲੀ ਗੱਲ ਹੈ, ਜਿਵੇਂ ਦੁੱਧ, ਸਬਜ਼ੀ ਜਾਂ ਇਸ ਤਰ੍ਹਾਂ ਦੀ ਅਨਾਜ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜ਼ਰੂਰੀ ਵਸਤਾਂ 'ਚ, ਜਾਂ ਤੇਲ ਗੈਸ, ਇਹ ਚੀਜ਼ਾਂ ਜ਼ਰੂਰੀ ਵਸਤਾਂ 'ਚ ਆਉਂਦੀਆਂ ਨੇ। ਹਰ ਇੱਕ ਦੁਕਾਨ ਜ਼ਰੂਰੀ ਵਸਤਾਂ 'ਚ ਨਹੀਂ ਆਉਂਦੀ। ਵੈਸੇ ਵੀ ਆਪਾਂ ਨੂੰ ਇੱਕ ਦਿਨ ਸੰਡੇ ਦੀ ਜਿਹੜੀ ਹੈਗੀ ਲੇਬਰ ਲਾਅ ਦੇ ਮੁਤਾਬਕ ਛੁੱਟੀ ਕਰਨੀ ਹੁੰਦੀ ਹੈ, ਤਾਂ ਇਹ ਉਸ ਦਿਨ ਜਿਹੜੀਆਂ ਹੈਗੀਆਂ ਦੁਕਾਨਾਂ ਉਹ ਬੰਦ ਰੱਖੀਆਂ ਜਾਣਗੀਆਂ ਸੰਡੇ ਨੂੰ। ਜਿਹੜੀਆਂ ਬਾਰਬਰ ਸ਼ਾਪਸ ਨੇ, ਵਾਲ ਕੱਟਣ ਦੀਆਂ ਦੁਕਾਨਾਂ ਨੇ, ਪਾਰਲਰ ਨੇ, ਸੈਲੂਨ ਨੇ ਜਾਂ ਸਪਾ ਨੇ, ਇਹ ਸਵੇਰੇ 7 ਵਜੇ ਤੋਂ ਰਾਤ ਦੇ 8 ਵਜੇ ਤੱਕ ਇਹਨਾਂ ਨੂੰ ਖੋਲ੍ਹਣ ਦੀ ਆਗਿਆ ਹੈਗੀ ਹੈ। ਬੜੀ ਵਾਰੀ ਇਹ ਸਵਾਲ ਆਉਂਦਾ ਹੈ ਕਿ ਜਿਹੜੀਆਂ ਬਾਰਬਰ ਸ਼ਾਪਸ ਨੇ ਉਹ ਸੰਡੇ ਨੂੰ ਖੁੱਲ੍ਹਦੀਆਂ ਨੇ, ਪਰ ਉਸ 'ਚ ਜਿਹੜਾ ਵੀ ਦਿਨ ਉਹ ਆਫ ਕਰਦੇ ਨੇ ਉਹ ਕਰਕੇ ਇਹਨਾਂ ਨੂੰ ਖੋਲ੍ਹਿਆ ਜਾ ਸਕਦਾ ਹੈਗਾ। ਇਵੇਂ ਜ਼ਿਕਰ ਹੀ ਜਿਹੜੀਆਂ ਸ਼ਰਾਬ ਦੇ ਠੇਕੇ ਹੈਗੇ ਨੇ, ਉਹ ਸੁਬਾਹ 8 ਵਜੇ ਤੋਂ ਰਾਤ ਦੇ 9 ਵਜੇ ਤੱਕ ਇਹਨਾਂ ਨੂੰ ਖੁੱਲ੍ਹੇ ਰੱਖਿਆ ਜਾ ਸਕਦਾ ਹੈਗਾ। ਜਿਹੜੇ ਇੰਡੀਵਿਜੂਅਲਸ ਹੈਗੇ ਨੇ, ਆਮ ਲੋਕ ਨੇ, ਉਹ ਸਵੇਰੇ 5 ਵਜੇ ਤੋਂ ਰਾਤ ਦੇ 10 ਵਜੇ ਤੱਕ ਬਿਨਾਂ ਕਿਸੇ ਪਾਸ ਦੇ ਇੱਧਰ ਉੱਧਰ ਆ ਜਾ ਸਕਦੇ ਨੇ, ਪਰ ਰਾਤ ਦੇ ਸਮੇਂ ਘੁੰਮਣ ਫਿਰਨ 'ਤੇ ਮਨਾਹੀ ਹੈ। ਰਾਜ ਦੇ ਅੰਦਰ ਕਿਸੇ ਵੀ ਜ਼ਿਲ੍ਹੇ 'ਚ ਜਾਣ ਲਈ ਕੋਈ ਪਾਸ ਦੀ ਨਹੀਂ ਲੋੜ ਹੈਗੀ, ਔਰ ਜਿਹੜੀਆਂ ਬੱਸਾਂ ਆਮ ਵਾਂਗ ਚੱਲ ਰਹੀਆਂ ਹੈਗੀਆਂ ਨੇ, ਪਰ ਲੋਕਾਂ ਨੇ ਆਪਦੇ ਮੂੰਹ 'ਤੇ ਮਾਸਕ ਪਹਿਨ ਕੇ ਹੀ ਬੱਸਾਂ 'ਚ ਬਹਿਣਾ। ਫੁੱਲ ਕਪੈਸਿਟੀ ਨਾਲ ਬੱਸਾਂ ਚੱਲਣਗੀਆਂ। ਅਗਰ ਕਿਸੇ ਵਿਅਕਤੀ ਨੇ ਪੰਜਾਬ ਤੋਂ ਕਿਸੇ ਦੂਜੇ ਸੂਬੇ 'ਚ ਜਾਣਾ ਤਾਂ ਕਿ ਉੱਥੇ ਜਾ ਕੇ ਉਹਨੂੰ ਦਿੱਕਤ ਨਾ ਹੋਵੇ, ਤਾਂ ਕੋਆ ਐਪ ਡਾਊਨਲੋਡ ਕਰਕੇ ਉਹਦੇ 'ਚ ਆਪਣਾ ਸਵੈ ਜਨਰੇਟਡ ਇੱਕ ਪਾਸ ਬਣਦਾ, ਸੈਲਫ ਜਨਰੇਟਡ ਪਾਸ, ਜਿਹਦੇ ਲਈ ਕਿਸੇ ਅਫਸਰ ਨੂੰ ਰਿਕੁਐਸਟ ਕਰਨ ਦੀ ਲੋੜ ਨਹੀਂ ਹੈ, ਕਿਸੇ ਤੋਂ ਆਗਿਆ ਲੈਣ ਦੀ ਲੋੜ ਨਹੀਂ, ਖੁਦ ਹੀ ਆਪਦਾ ਪਾਸ ਤੁਸੀਂ ਕੋਆ ਐਪ 'ਤੇ ਜਾ ਕੇ ਬਣਾ ਲੈਣਾ। ਜਿਹੜੀਆਂ ਬੱਸਾਂ ਨੇ ਸਰਕਾਰੀ, ਪ੍ਰਾਈਵੇਟ, ਰਾਜ ਦੇ ਅੰਦਰ, ਰਾਜ ਤੋਂ ਬਾਹਰ, ਇਵੇਂ ਜ਼ਿਕਰੀ ਟੈਕਸੀਆਂ ਔਰ ਜਿੰਨੇ ਹੀ ਰਿਕਸ਼ਾ ਨੇ, ਆਟੋ ਰਿਕਸ਼ਾ ਨੇ, 4 ਵੀਲਰ ਨੇ, 2 ਵੀਲਰ ਨੇ, ਇਹਨਾਂ ਸਾਰਿਆਂ ਨੂੰ ਫੁੱਲ ਕਪੈਸਿਟੀ 'ਤੇ ਚੱਲਣ ਦੀ ਆਗਿਆ ਹੈ। 2 ਵੀਲਰ 'ਤੇ ਇੱਕ ਚਲਾਉਣ ਵਾਲਾ ਅਤੇ ਇੱਕ ਪਿੱਛੇ ਬਹਿਣ ਵਾਲਾ ਬਹਿ ਸਕਦਾ ਹੈਗਾ। ਇਵੇਂ ਜ਼ਿਕਰੀ ਕੁਝ ਐਸੀਆਂ ਚੀਜ਼ਾਂ ਨੇ ਜਿਨ੍ਹਾਂ 'ਤੇ ਕਿਸੇ ਵੀ ਦਿਨ, ਕਿਸੇ ਵੀ ਸਮੇਂ ਕੋਈ ਮਨਾਹੀ ਨਹੀਂ ਹੈਗੀ। ਜਿਵੇਂ ਕਿ ਇੱਕ ਰਾਜ ਤੋਂ ਦੂਜੇ ਰਾਜ ਤੱਕ ਜਿਹੜੇ ਟਰੱਕ ਸਮਾਨ ਢੋਂਦੇ ਨੇ, ਉਹਨਾਂ ਨੂੰ ਕਿਸੇ ਤਰ੍ਹਾਂ ਦੇ ਕੋਈ ਪਾਸ ਦੀ ਲੋੜ ਨਹੀਂ ਹੈ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਬਿਨਾਂ ਪਾਸ ਤੋਂ ਸਾਰੇ ਦਿਨ, ਈਵਨ ਇਨਕਲੂਡਿੰਗ ਨਾਈਟ, ਇਹ ਘੁੰਮ ਫਿਰ ਸਕਦੇ ਹੈਗੇ ਨੇ, ਆ ਜਾ ਸਕਦੇ ਨੇ। ਇਹ ਭਾਵੇਂ ਦੀ ਖਾਲੀ ਹੋਣ, ਭਾਵੇਂ ਦੀ ਭਰੇ ਹੋਣ। ਇਵੇਂ ਜ਼ਿਕਰੀ ਪਿੰਡੂ ਏਰੀਆ ਹੋਵੇ, ਸ਼ਹਿਰੀ ਏਰੀਆ ਹੋਵੇ, ਜਿਹੜੀ ਉਸਾਰੀ ਦੀ ਪ੍ਰਕਿਰਿਆ, ਮਕਾਨ ਬਣਾਉਣ ਦੀ, ਦੁਕਾਨ ਬਣਾਉਣ ਦੀ ਪ੍ਰਕਿਰਿਆ, ਇਸ 'ਤੇ ਕੋਈ ਰੋਕ ਨਹੀਂ ਹੈ। ਖੇਤੀਬਾੜੀ ਨਾਲ ਸੰਬੰਧਿਤ ਜਿੰਨੇ ਵੀ ਕੰਮ ਨੇ, ਫਸਲ ਲਾਉਣੀ, ਫਸਲ ਵੱਢਣੀ, ਪਸ਼ੂ ਇੱਧਰ ਉੱਧਰ ਲਿਜਾਣੇ, ਜਾਂ ਜਿਹੜੀ ਪਸ਼ੂਆਂ ਦੇ ਨਾਲ ਸੰਬੰਧਿਤ ਦਵਾਈਆਂ, ਖਾਦ, ਫੀਡ ਵਗੈਰਾ, ਇਹਨਾਂ 'ਤੇ ਕੋਈ ਮਨਾਹੀ ਨਹੀਂ ਹੈਗੀ। ਬੈਂਕ ਵੀ ਉਹਨਾਂ ਦੇ ਆਮ ਵਰਕਿੰਗ ਆਵਰਸ ਅਨੁਸਾਰ ਖੁੱਲ੍ਹ ਸਕਦੇ ਨੇ, ਇਹਨਾਂ 'ਤੇ ਕੋਈ ਮਨਾਹੀ ਨਹੀਂ ਹੈ। ਕੋਰੀਅਰ, ਪੋਸਟਲ ਸਰਵਿਸਿਜ਼, ਇੰਡਸਟਰੀ, ਈ ਕਾਮਰਸ, ਇਹਨਾਂ 'ਤੇ ਕੋਈ ਵੀ ਮਨਾਹੀ ਨਹੀਂ ਹੈ। ਜਿਹੜੇ ਪ੍ਰਾਈਵੇਟ ਦਫ਼ਤਰ ਨੇ ਉਹ ਵੀ ਰੂਟੀਨ ਵਾਂਗੂ ਖੁੱਲ੍ਹ ਸਕਦੇ ਨੇ। ਕੇਂਦਰ ਸਰਕਾਰ, ਪੰਜਾਬ ਸਰਕਾਰ, ਜੋ ਵੀ ਉਸ ਸਰਕਾਰ ਦੇ ਨਿਯਮ ਨੇ, ਉਹਨਾਂ ਨਿਯਮਾਂ ਦੇ ਤਹਿਤ ਫੁੱਲ ਸਟਾਫ ਦੇ ਨਾਲ, ਪ੍ਰੀਕਾਸ਼ਨਸ ਦੇ ਨਾਲ ਇਹ ਦਫ਼ਤਰ ਵੀ ਖੁੱਲ੍ਹ ਸਕਦੇ ਨੇ। ਇਹਨਾਂ 'ਤੇ ਕੋਈ ਮਨਾਹੀ ਨਹੀਂ ਹੈਗੀ। ਇਸ ਤੋਂ ਇਲਾਵਾ ਮੈਂ ਅਖੀਰ 'ਚ ਦੁਬਾਰਾ ਇਹ ਗੱਲ ਕਹਿ ਰਿਹਾ ਹੈਗਾ ਕਿ ਵਿਆਹ ਦੇ ਜਿਹੜੇ ਤੁਹਾਡੇ ਫੰਕਸ਼ਨ ਹੈਗੇ ਨੇ, ਉਹਦੇ ਲਈ ਤੁਹਾਨੂੰ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੈਗੀ। ਔਰ ਇਹਨਾਂ ਸਾਰੀਆਂ, ਕਿਉਂਕਿ ਹਰ ਵਾਰ ਜਿਹੜਾ ਅਨਲਾਕਡਾਊਨ ਹੁੰਦਾ, ਕੁਛ ਨਾ ਕੁਛ ਪਹਿਲਾਂ ਨਾਲੋਂ ਛੋਟਾਂ ਮਿਲਦੀਆਂ ਨੇ। ਹੁਣ ਲਗਭਗ ਜ਼ਿੰਦਗੀ ਆਮ ਵਾਂਗੂ ਹੈ। ਰਾਤ ਨੂੰ ਵੈਸੇ ਵੀ 10 ਤੋਂ 5 ਤੱਕ ਬੰਦੇ ਨੇ ਸੌਣਾ ਹੀ ਹੁੰਦਾ, ਔਰ ਸੰਡੇ ਨੂੰ ਵੀ ਹਰੇਕ ਬੰਦੇ ਨੇ ਰੈਸਟ ਕਰਨਾ ਹੀ ਹੁੰਦਾ। ਹੁਣ ਆਮ ਜ਼ਿੰਮੇਵਾਰੀ ਆਪਣੀ ਨਾਗਰਿਕਾਂ ਦੀ ਆ ਜਾਂਦੀ ਹੈ। ਤੁਸੀਂ ਜਿਹੜੀ ਮਾਸਕ ਹੈ ਉਹਨੂੰ ਸਹੀ ਤਰੀਕੇ ਨਾਲ ਪਾਉਣਾ, ਮਤਲਬ ਤੁਹਾਡਾ ਮੂੰਹ ਠੋਡੀ ਤੋਂ ਲੈ ਕੇ ਨੱਕ ਤੱਕ ਪੂਰਾ ਢੱਕਿਆ ਹੋਵੇ, ਕਿਉਂਕਿ ਇਹ ਜਿਹੜਾ ਕੀਟਾਣੂ ਹੈਗਾ, ਇਹ ਜਾਂ ਵਿਸ਼ਾਣੂ ਕਹਿ ਲਈਏ, ਜਿਹੜਾ ਵਾਇਰਸ ਹੈ, ਇਹ ਤੁਹਾਡੇ ਨੱਕ ਰਾਹੀਂ ਜਾਂ ਮੂੰਹ ਰਾਹੀਂ ਜਾਂ ਅੱਖਾਂ ਰਾਹੀਂ ਐਂਟਰ ਕਰਦਾ ਹੈਗਾ। ਦੂਜੀ ਗੱਲ ਇਹ ਹੈ ਕਿ ਜਿਹੜੇ ਹੱਥ ਨੇ, ਤੁਸੀਂ ਜੇ ਸੈਨੀਟਾਈਜ਼ਰ ਉਪਲਬਧ ਹੈ, ਸੈਨੀਟਾਈਜ਼ਰ ਜੇ ਨਹੀਂ ਉਪਲਬਧ ਤਾਂ ਤੁਸੀਂ ਆਮ ਜਦੋਂ ਘਰ 'ਚ ਹੈਗੇ ਹੋ, ਉਸ ਤੋਂ ਵੀ ਬਿਹਤਰ ਇਹ ਹੈ ਕਿ ਸਾਬਣ ਨਾਲ ਇਹਨਾਂ ਨੂੰ ਵਾਰ-ਵਾਰ ਹੱਥਾਂ ਨੂੰ ਧੋਂਦੇ ਰਹੋ। ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ। ਜਿਹੜਾ ਨੱਕ ਜਾਂ ਮੂੰਹ ਨੂੰ ਹੱਥਾਂ ਨਾਲ ਛੂਹਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਇਹ ਜਿਹੜਾ ਵਿਸ਼ਾਣੂ ਆਪ ਤੁਰ ਕੇ ਨਹੀਂ ਜਾਂਦਾ। ਜਦੋਂ ਤੁਸੀਂ ਹੱਥ ਮੂੰਹ 'ਤੇ ਲਾਉਂਦੇ ਹੋ ਤਾਂ ਇਹ ਤੁਹਾਡੇ ਮੂੰਹ ਤੱਕ ਜਾਂਦਾ ਹੈ, ਅੱਖਾਂ ਤੱਕ ਜਾਂਦਾ ਹੈ, ਨੱਕ ਤੱਕ ਜਾਂਦਾ। ਇਸ ਤੋਂ ਇਲਾਵਾ ਜਦੋਂ ਕਿਸੇ ਬਾਹਰ ਤੁਹਾਨੂੰ ਕੰਮ ਕਰਨ ਲਈ ਬਾਹਰ ਜਾਣਾ ਪੈਂਦਾ ਤਾਂ 2 ਗਜ ਦੀ ਦੂਰੀ, 6 ਫੁੱਟ ਦੀ ਦੂਰੀ ਬਣਾ ਕੇ ਰੱਖੋ। ਉਸ ਡਿਸਟੈਂਸ ਨੂੰ ਇਹ ਬੰਦਾ ਟਰੈਵਲ ਨਹੀਂ ਕਰ ਸਕਦਾ, ਜਿਹੜਾ ਇਹ ਵਾਇਰਸ ਹੈਗਾ। ਇਸ ਤੋਂ ਇਲਾਵਾ ਗੱਲ ਇਹ ਹੈ ਵੀ ਜਦੋਂ ਵੀ ਤੁਸੀਂ ਕੰਮ ਲਈ ਜਾਂ ਕਿਸੇ ਫੰਕਸ਼ਨ ਲਈ ਬਾਹਰ ਜਾਣਾ ਹੈ, 3 ਵਾਰ ਆਪਦੇ ਮਨ 'ਚ ਸਵਾਲ ਪੁੱਛੋ ਕਿ ਕੀ ਮੇਰਾ ਇਸ ਫੰਕਸ਼ਨ 'ਤੇ ਜਾਣਾ ਬਹੁਤ ਜ਼ਰੂਰੀ ਹੈ।
ਫੰਕਸ਼ਨਾਂ ਦੇ ਉੱਪਰ, ਵਿਆਹਾਂ ਦੇ ਉੱਪਰ, ਭੋਗਾਂ ਦੇ ਉੱਪਰ ਕੇਵਲ ਉਹ ਬੰਦੇ ਜਾਣ ਜਿਹੜੇ ਕਿ ਬਹੁਤ ਹੀ ਕਰੀਬੀ ਰਿਸ਼ਤੇਦਾਰ ਨੇ ਔਰ ਜਿਨ੍ਹਾਂ ਦੇ ਜਾਏ ਬਗੈਰ ਸਰਦਾ ਨਹੀਂ। ਬਾਕੀ ਲੋਕ ਇਸ ਸਾਲ ਨੂੰ ਆਪਣਾ ਸਰਵਾਈਵਲ ਦਾ ਵਰ੍ਹਾ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਜਿਉਣ ਦਾ ਵਰ੍ਹਾ ਮੰਨ ਕੇ ਚੱਲਣ, ਕਿ ਆਪਾਂ ਆਪਦੇ ਆਪ ਨੂੰ ਬਚਾ ਕੇ ਚੱਲਣਾ। ਜਿਵੇਂ ਮੈਂ ਡਿਊਟੀ ਕਰ ਰਿਹਾ, ਪ੍ਰੈਸ ਵਾਲੇ ਡਿਊਟੀ ਕਰ ਰਹੇ ਆ, ਪੁਲਿਸ ਵਾਲੇ ਡਿਊਟੀ ਕਰ ਰਹੇ ਆ, ਡਾਕਟਰ ਡਿਊਟੀ ਕਰ ਰਹੇ ਆ, ਸਾਡੀਆਂ ਮਜਬੂਰੀਆਂ ਨੇ। ਐਵੇਂ ਹਰ ਬੰਦੇ ਨੇ ਆਪਦੀ ਰੋਜੀ ਰੋਟੀ ਕਮਾਉਣੀ ਹੈ। ਜਿਹੜੇ ਇੰਡਸਟਰੀਲਿਸਟ ਨੇ ਸਭ ਨੇ ਆਪਣੀ ਕਾਰੋਬਾਰ ਕਰਨੇ ਹੈਗੇ, ਪਰ ਜਿਹੜੇ ਬੰਦੇ ਦਾ ਸਰ ਸਕਦਾ ਹੈ, ਜਿਹੜੇ ਦਿਨ ਸਰ ਸਕਦਾ ਹੈ, ਜਿਹੜੇ ਦਿਨ ਉਹਦਾ ਆਫ ਹੈ, ਉਸ ਦਿਨ ਉਹ ਕਿਰਪਾ ਕਰਕੇ ਆਪਦੇ ਘਰਾਂ 'ਚ ਰਹਿਣ ਔਰ ਇਹ ਇਹਤਿਆਤ ਜਿਹੜੇ ਦੱਸੇ ਗਏ ਇਹਨਾਂ ਨੂੰ ਵਰਤਣ। ਸਲਾਮਤ ਰਹੋ, ਸੇਫ ਰਹੋ, ਆਪਦੀ ਸਿਹਤ ਦਾ ਧਿਆਨ ਰੱਖੋ। ਧੰਨਵਾਦ।